ਖਬਰਾਂ ਮੁਤਾਬਿਕ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਇਮਤਿਹਾਨ, ਸਭ ਤੋਂ ਵੱਡਾ ਫਿਤਨਾ ਬਹੁਤ ਜਲਦ ਆਉਣ ਵਾਲਾ ਹੈ। ਜੀ ਹਾਂ, ਇੱਕ ਅਜਿਹੀ ਹਸਤੀ ਦੀ ਪੇਸ਼ੀਨਗੋਈ ਕੀਤੀ ਗਈ ਹੈ ਜੋ ਖੁਦਾਈ ਦਾ ਦਾਅਵਾ ਕਰੇਗੀ, ਕੁਦਰਤ ਤੇ ਕਾਨੂੰਨਾਂ ਨੂੰ ਆਪਣੇ ਇਸ਼ਾਰਿਆਂ ਤੇ ਨਚਾਵੇਗੀ ਤੇ ਜਿਸ ਦਾ ਧੋਖਾ ਦੁਨੀਆ ਦੇ ਹਰ ਕੋਨੇ ਤੱਕ ਪਹੁੰਚੇਗਾ। ਤਾਂ ਅੱਜ ਇਸਲਾਮੀ ਭਵਿੱਖਬਾਣੀਆਂ ਦੀਆਂ ਕਿਤਾਬਾਂ ਦੇ ਪੰਨੇ ਫਰੋਲਦੇ ਹਾਂ ਅਤੇ ਇਸ ਮਹਾਨ ਧੋਖੇਬਾਜ਼ ਦੇ ਪਿੱਛੇ ਦੀ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਕੋਈ ਛੋਟੀ-ਮੋਟੀ ਚੇਤਾਵਨੀ ਨਹੀਂ ਹੈ। ਅਲ-ਮਸੀਹ ਅਦ-ਦੱਜਾਲ ਇਸਲਾਮੀ ਪਰੰਪਰਾ ਦੇ ਅਨੁਸਾਰ ਕਿਆਮਤ ਤੋਂ ਠੀਕ ਪਹਿਲਾਂ ਆਉਣ ਵਾਲੀ ਈਮਾਨ ਦੀ ਸਭ ਤੋਂ ਔਖੀ ਪਰਖ ਦਾ ਨਾਮ ਹੈ। ਪੈਗੰਬਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਇਸ ਦੀ ਗੰਭੀਰਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਦੁਨੀਆ ਦੀ ਸ਼ੁਰੂਆਤ ਤੋਂ ਲੈ ਕੇ ਇਸ ਦੇ ਅੰਤ ਤੱਕ ਇਸ ਤੋਂ ਵੱਡਾ ਕੋਈ ਫਿਤਨਾ, ਯਾਨੀ ਕਿ ਇਸ ਤੋਂ ਵੱਡੀ ਕੋਈ ਅਜ਼ਮਾਇਸ਼ ਨਹੀਂ ਹੋਵੇਗੀ। ਇਸ ਗੁੰਝਲਦਾਰ ਵਿਸ਼ੇ ਨੂੰ ਆਸਾਨੀ ਨਾਲ ਸਮਝਣ ਲਈ ਆਪਾਂ ਇੱਕ ਕੇਸ ਫਾਈਲ ਦੀ ਤਰ੍ਹਾਂ ਅੱਗੇ ਵਧਾਂਗੇ। ਅਸੀਂ ਇਸਲਾਮੀ ਰਿਵਾਇਤਾਂ ਦੇ ਆਧਾਰ ਤੇ ਉਸ ਦੀ ਪਹਿਚਾਣ, ਉਸ ਦੀਆਂ ਤਾਕਤਾਂ ਅਤੇ ਆਖਿਰਕਾਰ ਉਸ ਦੇ ਅੰਤ ਤੱਕ ਹਰ ਪਹਿਲੂ ਦੀ ਪੜਤਾਲ ਕਰਾਂਗੇ। ਤਾਂ ਚਲੋ ਬਿਨਾਂ ਦੇਰੀ ਕੀਤਿਆਂ ਫਾਈਲ ਖੋਲ੍ਹਦੇ ਹਾਂ। ਵੇਖੋ, ਉਸ ਦੇ ਨਾਮ ਵਿੱਚ ਹੀ ਕਿੰਨਾ ਵੱਡਾ ਵਿਰੋਧਾਭਾਸ ਛੁਪਿਆ ਹੋਇਆ ਹੈ। ਅਲ-ਮਸੀਹ ਦਾ ਖਿਤਾਬ ਆਮ ਤੌਰ ਤੇ ਹਜ਼ਰਤ ਈਸਾ ਜਾਂ ਯਿਸੂ ਲਈ ਵਰਤਿਆ ਜਾਂਦਾ ਹੈ, ਜਿਸ ਦਾ ਮਤਲਬ ਹੈ ਰਸਤਾ ਦਿਖਾਉਣ ਵਾਲਾ। ਪਰ ਉਸ ਦੇ ਨਾਲ ਜੁੜਿਆ ਹੈ ਅਦ-ਦੱਜਾਲ, ਯਾਨੀ ਸਭ ਤੋਂ ਵੱਡਾ ਧੋਖੇਬਾਜ਼। ਇਹ ਨਾਮ ਹੀ ਆਪਣੇ ਆਪ ਵਿੱਚ ਇੱਕ ਚੇਤਾਵਨੀ ਹੈ ਕਿ ਉਹ ਸੱਚਾਈ ਦਾ ਚੋਲਾ ਪਾ ਕੇ ਆਵੇਗਾ, ਪਰ ਉਸ ਦਾ ਅਸਲ ਮਕਸਦ ਸਿਰਫ ਔਰ ਸਿਰਫ ਗੁੰਮਰਾਹ ਕਰਨਾ ਹੋਵੇਗਾ। ਤਾਂ ਫਿਰ ਕੇਸ ਫਾਈਲ ਦਾ ਪਹਿਲਾ ਪੰਨਾ ਹੈ ਉਸ ਦੀ ਪਹਿਚਾਣ। ਹਦੀਸਾਂ ਵਿੱਚ ਉਸ ਦੇ ਸਰੀਰ ਦੀਆਂ ਬਹੁਤ ਹੀ ਸਾਫ਼ ਨਿਸ਼ਾਨੀਆਂ ਦੱਸੀਆਂ ਗਈਆਂ ਹਨ ਤਾਂ ਜੋ ਜਦੋਂ ਉਹ ਆਵੇ ਤਾਂ ਈਮਾਨ ਵਾਲੇ ਉਸ ਨੂੰ ਉਸ ਦੀਆਂ ਚਮਤਕਾਰੀ ਤਾਕਤਾਂ ਤੋਂ ਨਹੀਂ ਬਲਕਿ ਉਸ ਦੇ ਜਿਸਮਾਨੀ ਨੁਕਸਾਂ ਤੋਂ ਪਹਿਚਾਣ ਲੈਣ। ਇਸ ਨੂੰ ਇੱਕ ਤਰ੍ਹਾਂ ਦੀ ਖੁਫੀਆ ਬਰੀਫਿੰਗ ਹੀ ਸਮਝੋ। ਤੁਸੀਂ ਵੇਖ ਸਕਦੇ ਹੋ ਕਿ ਇਹ ਵੇਰਵੇ ਕਿੰਨੇ ਖਾਸ ਨੇ। ਇੱਕ ਜਵਾਨ, ਭਾਰੀ ਜੁੱਸਾ, ਕੁੰਗਰਾਲੇ ਵਾਲ, ਪਰ ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਹੈ ਉਸ ਦੀ ਇੱਕ ਨੁਕਸ ਵਾਲੀ ਅੱਖ। ਇਹ ਸਭ ਕਿਉਂ ਦੱਸਿਆ ਗਿਆ? ਕਿਉਂਕਿ ਜਿਹੜਾ ਖੁਦ ਨੂੰ ਰੱਬ ਕਹਾ ਰਿਹਾ ਉਹ ਆਪ ਅਧੂਰਾ ਹੈ, ਨੁਕਸਾਂ ਵਾਲਾ ਹੈ। ਇਹ ਵੇਰਵੇ ਇਸ ਲਈ ਹਨ ਤਾਂ ਜੋ ਲੋਕ ਉਸ ਦੇ ਚਮਤਕਾਰਾਂ ਦੇ ਧੋਖੇ ਵਿੱਚ ਨਾ ਆਉਣ, ਸਗੋਂ ਉਸ ਦੀਆਂ ਸਰੀਰਕ ਕਮੀਆਂ ਨੂੰ ਵੇਖ ਕੇ ਸੱਚ ਪਹਿਚਾਣਨ। ਪਰ ਇਹਨਾਂ ਸਾਰੀਆਂ ਨਿਸ਼ਾਨੀਆਂ ਵਿੱਚੋਂ ਇੱਕ ਨਿਸ਼ਾਨੀ ਸਭ ਤੋਂ ਉੱਤੇ ਹੈ, ਇੱਕ ਰੱਬੀ ਨਿਸ਼ਾਨੀ। ਉਸ ਦੇ ਮੱਥੇ ਤੇ ਕਾਫਿਰ ਯਾਨੀ ਕਿ ਅਵਿਸ਼ਵਾਸੀ ਲਿਖਿਆ ਹੋਵੇਗਾ। ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਨੂੰ ਹਰ ਈਮਾਨ ਵਾਲਾ ਪੜ੍ਹ ਸਕੇਗਾ, ਭਾਵੇਂ ਉਸ ਨੂੰ ਅੱਖਰਾਂ ਦਾ ਗਿਆਨ ਹੋਵੇ ਜਾਂ ਨਾ। ਇਹ ਇੱਕ ਅਜਿਹਾ ਸਬੂਤ ਹੋਵੇਗਾ ਜਿਸ ਨੂੰ ਆਪਣੀਆਂ ਸਾਰੀਆਂ ਤਾਕਤਾਂ ਦੇ ਬਾਵਜੂਦ ਵੀ ਲੁਕਾ ਨਹੀਂ ਸਕੇਗਾ। ਹੁਣ ਗੱਲ ਕਰਦੇ ਹਾਂ ਉਸ ਦੇ ਕੰਮ ਕਰਨ ਦੇ ਢੰਗ ਦੀ, ਉਸ ਦੇ ਮੋਡਸ ਆਪਰੈਂਡੀ ਦੀ। ਉਸ ਦੀ ਪਹਿਚਾਣ ਭਾਵੇਂ ਉਸ ਦੇ ਨੁਕਸ ਹੋਣ, ਪਰ ਉਸ ਦੀ ਅਸਲ ਤਾਕਤ ਹੋਵੇਗਾ ਉਸ ਦਾ ਧੋਖਾ। ਉਹ ਅਜਿਹੀਆਂ ਸ਼ਕਤੀਆਂ ਦਾ ਮੁਜ਼ਾਹਰਾ ਕਰੇਗਾ ਜੋ ਇਨਸਾਨੀ ਇਤਿਹਾਸ ਵਿੱਚ ਪਹਿਲਾਂ ਕਦੇ ਕਿਸੇ ਨੇ ਨਹੀਂ ਵੇਖਿਆ ਹੋਣਗੀਆਂ, ਅਤੇ ਇਹੀ ਉਸ ਦੇ ਫਿਤਨੇ ਦਾ ਸਭ ਤੋਂ ਵੱਡਾ ਹਥਿਆਰ ਹੋਵੇਗਾ। ਜ਼ਰਾ ਕਲਪਨਾ ਕਰਕੇ ਵੇਖੋ, ਇੱਕ ਸ਼ਖਸ ਆਸਮਾਨ ਵੱਲ ਇਸ਼ਾਰਾ ਕਰਦਾ ਹੈ ਤੇ ਮੀਂਹ ਵਰਨ ਲੱਗ ਪੈਂਦਾ ਹੈ। ਉਹ ਬੰਜਰ ਜ਼ਮੀਨ ਨੂੰ ਹੁਕਮ ਦਿੰਦਾ ਹੈ ਤੇ ਉਹ ਹਰੀ ਭਰੀ ਹੋ ਜਾਂਦੀ ਹੈ। ਉਹ ਇੱਕ ਨੌਜਵਾਨ ਨੂੰ ਸਾਰਿਆਂ ਸਾਹਮਣੇ ਮਾਰ ਕੇ ਦੁਬਾਰਾ ਜਿਉਂਦਾ ਕਰ ਦਿੰਦਾ ਹੈ। ਇਹ ਸਿਰਫ ਕੋਈ ਜਾਦੂ ਦਾ ਖੇਲ ਨਹੀਂ ਹੋਵੇਗਾ, ਇਹ ਤਾਂ ਸਿੱਧਾ ਵਿਸ਼ਵਾਸ ਦੀਆਂ ਜੜ੍ਹਾਂ ਤੇ ਹਮਲਾ ਹੋਵੇਗਾ। ਇਹ ਉਹ ਅਜ਼ਮਾਇਸ਼ ਹੈ ਜਿਸ ਦੀ ਚੇਤਾਵਨੀ ਦਿੱਤੀ ਗਈ ਸੀ, ਇੱਕ ਅਜਿਹੀ ਪਰਖ ਜੋ ਸੱਚ ਤੇ ਝੂਠ, ਹਕੀਕਤ ਤੇ ਭਰਮ ਦੇ ਵਿਚਲੀ ਲਕੀਰ ਨੂੰ ਹੀ ਮਿਟਾ ਦੇਵੇਗੀ। ਤੇ ਸ਼ਾਇਦ ਉਸ ਦਾ ਸਭ ਤੋਂ ਵੱਡਾ ਧੋਖਾ ਇਹ ਹੋਵੇਗਾ, ਉਹ ਆਪਣੇ ਨਾਲ ਇੱਕ ਜੰਨਤ ਤੇ ਇੱਕ ਜਹੰਨਮ ਲੈ ਕੇ ਚੱਲੇਗਾ। ਪਰ ਭਵਿੱਖਬਾਣੀ ਦੱਸਦੀ ਹੈ ਕਿ ਜੋ ਚੀਜ਼ ਅੱਖਾਂ ਨੂੰ ਜੰਨਤ ਵਰਗੀ ਲੱਗੇਗੀ ਉਹ ਅਸਲ ਵਿੱਚ ਅੱਗ ਦੀ ਘਾਟੀ ਹੋਵੇਗੀ, ਅਤੇ ਜਿਹੜੀ ਜਗ੍ਹਾ ਦੋਜ਼ਖ ਵਰਗੀ ਦਿਖਾਈ ਦੇਵੇਗੀ ਉਹੀ ਅਸਲ ਵਿੱਚ ਠੰਡਕ ਤੇ ਸ਼ਾਂਤੀ ਦਾ ਬਾਗ ਹੋਵੇਗੀ। ਇਹ ਈਮਾਨ ਦੀ ਆਖਰੀ ਪਰਖ ਹੈ ਕਿ ਇਨਸਾਨ ਅੱਖਾਂ ਵੇਖੀ ਤੇ ਯਕੀਨ ਕਰੇਗਾ ਜਾਂ ਆਪਣੇ ਦਿਲ ਦੇ ਵਿਸ਼ਵਾਸ ਤੇ। ਪੇਸ਼ੀਨਗੋਈਆਂ ਇਹ ਵੀ ਦੱਸਦੀਆਂ ਹਨ ਕਿ ਉਸ ਨੂੰ ਮੰਨਣ ਵਾਲੇ ਕੌਣ ਹੋਣਗੇ। ਇਸ ਮਹਾਨ ਦੇ 70,000 ਯਹੂਦੀਆਂ ਦਾ ਜ਼ਿਕਰ ਆਉਂਦਾ ਹੈ, ਪਰ ਨਾਲ ਹੀ ਇਹ ਉਹਨਾਂ ਲੋਕਾਂ ਵੱਲ ਵੀ ਇਸ਼ਾਰਾ ਹੈ ਜੋ ਦੁਨਿਆਵੀ ਲਾਲਚ, ਝੂਠੇ ਵਾਅਦਿਆਂ ਤੇ ਤਾਕਤ ਦੇ ਦਿਖਾਵੇ ਤੋਂ ਛੇਤੀ ਪਰਮਾਏ ਜਾਂਦੇ ਹਨ। ਯਾਨੀ ਉਹ ਲੋਕ ਜਿਨ੍ਹਾਂ ਦਾ ਵਿਸ਼ਵਾਸ ਕਮਜ਼ੋਰ ਹੈ ਜਾਂ ਜਿਹੜੇ ਕਿਸੇ ਚਮਤਕਾਰੀ ਮੁਕਤੀਦਾਤਾ ਦੀ ਭਾਲ ਵਿੱਚ ਹਨ। ਇਹ ਇੱਕ ਬਹੁਤ ਗੰਭੀਰ ਸਵਾਲ ਹੈ ਤੇ ਅਸੀਂ ਹੇਠਾਂ ਕਮੈਂਟਾਂ ਵਿੱਚ ਤੁਹਾਡੇ ਵਿਚਾਰ ਜ਼ਰੂਰ ਸੁਣਨਾ ਚਾਹਾਂਗੇ। ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਦੁਨੀਆ ਅਜਿਹੀ ਘਟਨਾ ਤੇ ਕਿਵੇਂ ਰਿਐਕਟ ਕਰੇਗੀ? ਜੇ ਇਹ ਚਰਚਾ ਤੁਹਾਡੇ ਦਿਮਾਗ ਦੀਆਂ ਬੱਤੀਆਂ ਜਗਾ ਰਹੀ ਹੈ ਤਾਂ ਇਸ ਨੂੰ ਲਾਈਕ ਵਾਲਾ ਅੰਗੂਠਾ ਦਿਖਾਓ ਅਤੇ ਆਪਣੇ ਯਾਰਾਂ ਬੇਲੀਆਂ ਨਾਲ ਸਾਂਝਾ ਕਰੋ ਤਾਂ ਜੋ ਹੋਰ ਲੋਕ ਵੀ ਇਸ ਗੱਲਬਾਤ ਵਿੱਚ ਸ਼ਾਮਿਲ ਹੋ ਸਕਣ। ਪਰ ਕਹਿੰਦੇ ਨੇ ਕਿ ਹਰ ਰਾਤ ਦੀ ਸਵੇਰ ਹੁੰਦੀ ਹੈ, ਤਾਂ ਫਿਰ ਇਸ ਮਹਾਨ ਧੋਖੇਬਾਜ਼ ਦਾ, ਇਸ ਹਨੇਰੇ ਦਾ
ਅੰਤ ਕਿਵੇਂ ਹੋਵੇਗਾ? ਭਵਿਸ਼ਬਾਣੀ ਸਾਨੂੰ ਕਹਾਣੀ ਦੇ ਇਸ ਆਖਰੀ ਪੜਾਅ ਬਾਰੇ ਵੀ ਦੱਸਦੀ ਹੈ। ਇਹ ਸਿਰਫ ਹਨੇਰੇ ਦੀ ਕਹਾਣੀ ਨਹੀਂ, ਬਲਕਿ ਉਸ ਉਤੇ ਰੋਸ਼ਨੀ ਦੀ ਜਿੱਤ ਦੀ ਵੀ ਕਹਾਣੀ ਹੈ। ਘਟਨਾਵਾਂ ਦਾ ਸਿਲਸਿਲਾ ਬੜੇ ਸਾਫ਼ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ। ਪਹਿਲਾ ਦੱਜਾਲ 40 ਦਿਨਾਂ ਤੱਕ ਦੁਨੀਆ ਵਿੱਚ ਫਸਾਦ ਫੈਲਾਵੇਗਾ, ਜਿਸ ਦਾ ਪਹਿਲਾ ਦਿਨ 1 ਸਾਲ ਜਿੰਨਾ, ਦੂਜਾ 1 ਮਹੀਨੇ, ਤੀਜਾ 1 ਹਫ਼ਤਾ ਤੇ ਬਾਕੀ ਦੇ ਦਿਨ ਆਮ ਦਿਨਾਂ ਵਰਗੇ ਹੋਣਗੇ। ਇਸ ਹਫੜਾ ਦਫੜੀ ਦੇ ਵਿਚਕਾਰ ਇੱਕ ਲੀਡਰ ਇਮਾਮ ਮਹਿਦੀ ਈਮਾਨ ਵਾਲਿਆਂ ਨੂੰ ਇਕੱਠਾ ਕਰਨ ਲਈ ਆਵੇਗਾ ਤੇ ਫਿਰ ਇੱਕ ਇਤਿਹਾਸਿਕ ਪਲ ਵਿੱਚ ਸੱਚੇ ਮਸੀਹਾ ਹਜ਼ਰਤ ਈਸਾ ਦਮਸ਼ਕ ਵਿੱਚ ਅਸਮਾਨ ਤੋਂ ਉਤਰਨਗੇ। ਇਹ ਸਭ ਲੁੱਧ ਦੇ ਮੈਦਾਨ ਵਿੱਚ ਹੋਣ ਵਾਲੇ ਆਖਰੀ ਮੁਕਾਬਲੇ ਲਈ ਸਟੇਜ ਤਿਆਰ ਕਰੇਗਾ। ਤੇ ਫਿਰ ਆਵੇਗਾ ਉਹ ਆਖਰੀ ਪਲ ਜਦੋਂ ਧੋਖੇਬਾਜ਼ ਮਸੀਹਾ ਦਾ ਸਾਹਮਣਾ ਹੋਵੇਗਾ ਸੱਚੇ ਮਸੀਹਾ ਨਾਲ। ਦੱਸਿਆ ਜਾਂਦਾ ਹੈ ਕਿ ਹਜ਼ਰਤ ਈਸਾ ਨੂੰ ਵੇਖਦਿਆਂ ਹੀ ਦੱਜਾਲ ਇਸ ਤਰ੍ਹਾਂ ਪਿਘਲਣਾ ਸ਼ੁਰੂ ਹੋ ਜਾਵੇਗਾ ਜਿਵੇਂ ਪਾਣੀ ਵਿੱਚ ਨਮਕ ਘੁਲ ਜਾਂਦਾ ਹੈ। ਉਸ ਦਾ ਸਾਰਾ ਪਰਮ, ਉਸ ਦੀ ਸਾਰੀ ਸ਼ਕਤੀ ਇੱਕ ਪਲ ਵਿੱਚ ਖਤਮ ਹੋ ਜਾਵੇਗੀ। ਹਜ਼ਰਤ ਈਸਾ ਦੇ ਹੱਥੋਂ ਉਸ ਦੀ ਮੌਤ ਨਾਲ ਇਨਸਾਨੀ ਇਤਿਹਾਸ ਦੇ ਸਭ ਤੋਂ ਵੱਡੇ ਫਿਤਨੇ ਦਾ ਹਮੇਸ਼ਾ ਲਈ ਅੰਤ ਹੋ ਜਾਵੇਗਾ। ਖੈਰ, ਇਸ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਸਭ ਤੋਂ ਜ਼ਰੂਰੀ ਸਵਾਲ ਤਾਂ ਇਹੀ ਉੱਠਦਾ ਹੈ ਕਿ ਇੱਕ ਆਮ ਇਨਸਾਨ ਇਸ ਵੱਡੀ ਅਜ਼ਮਾਇਸ਼ ਤੋਂ ਖੁਦ ਨੂੰ ਕਿਵੇਂ ਬਚਾ ਸਕਦਾ ਹੈ। ਜਿਵੇਂ ਹਰ ਬਿਮਾਰੀ ਦਾ ਇਲਾਜ ਹੁੰਦਾ ਹੈ, ਉਸੇ ਤਰ੍ਹਾਂ ਇਸਲਾਮੀ ਪਰੰਪਰਾ ਵਿੱਚ ਇਸ ਫਿਤਨੇ ਤੋਂ ਬਚਣ ਲਈ ਕੁਝ ਕਾਊਂਟਰ ਮੈਜਰਸ ਯਾਨੀ ਕਿ ਬਚਾਅ ਦੇ ਉਪਾਅ ਦੱਸੇ ਗਏ ਹਨ। ਇਹ ਬਚਾਅ ਦੇ ਉਪਾਅ ਵਿਸ਼ਵਾਸ ਦੀ ਢਾਲ ਹਨ। ਪਹਿਲਾ, ਗਿਆਨ। ਇਹ ਸਮਝਣਾ ਕਿ ਰੱਬ ਹਰ ਨੁਕਸ ਤੋਂ ਪਾਕ ਹੈ ਤੇ ਉਸ ਨੂੰ ਇਸ ਦੁਨੀਆ ਵਿੱਚ ਨਹੀਂ ਵੇਖਿਆ ਜਾ ਸਕਦਾ, ਜਦਕਿ ਦੱਜਾਲ ਸਾਫ਼-ਸਾਫ਼ ਨੁਕਸਾਂ ਵਾਲਾ ਹੋਵੇਗਾ। ਦੂਜਾ, ਰੂਹਾਨੀ ਸੁਰੱਖਿਆ। ਕੁਰਾਨ ਦੀ ਸੂਰਤ ਅਲ-ਕਹਫ ਦੀਆਂ ਪਹਿਲੀਆਂ 10 ਆਇਤਾਂ ਪੜ੍ਹਨ ਦੀ ਸਿਫਾਰਿਸ਼ ਕੀਤੀ ਗਈ ਹੈ। ਤੀਜਾ, ਦੁਆ ਕਰਨਾ, ਸਿੱਧਾ ਰੱਬ ਤੋਂ ਪਨਾਹ ਮੰਗਣੀ। ਅਤੇ ਸ਼ਾਇਦ ਸਭ ਤੋਂ ਜ਼ਰੂਰੀ ਚੌਥਾ ਉਪਾਅ, ਉਸ ਤੇ ਫਿਤਨੇ ਤੋਂ ਸਰੀਰਕ ਤੌਰ ਤੇ ਦੂਰ ਰਹਿਣਾ, ਉਸ ਦੇ ਧੋਖੇ ਦਾ ਗਵਾਹ ਬਣਨ ਦੀ ਕੋਸ਼ਿਸ਼ ਹੀ ਨਾ ਕਰਨਾ। ਤੇ ਅਖੀਰ ਵਿੱਚ ਇਹ ਸਵਾਲ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਅੱਜ ਜਦੋਂ ਅਸੀਂ ਡਿਜੀਟਲ ਧੋਖੇ, ਡੀਪ ਫੇਕਸ ਤੇ ਫੇਕ ਨਿਊਜ਼ ਦੇ ਸਮੁੰਦਰ ਵਿੱਚ ਘੇਰੇ ਹੋਏ ਹਾਂ, ਤਾਂ ਇੱਕ ਮਹਾਨ ਧੋਖੇਬਾਜ਼ ਦੀ ਇਹ ਪੁਰਾਣੀ ਭਵਿਸ਼ਬਾਣੀ ਸਾਨੂੰ ਕੀ ਸਿਖਾਉਂਦੀ ਦੇ? ਸ਼ਾਇਦ ਇਹ ਸਿਰਫ ਭਵਿੱਖ ਦੀ ਇੱਕ ਘਟਨਾ ਨਹੀਂ, ਬਲਕਿ ਹਰ ਦੌਰ ਵਿੱਚ ਸੱਚ ਨੂੰ ਝੂਠ ਤੋਂ ਵੱਖ ਕਰਨ ਦੀ ਲਗਾਤਾਰ ਚੱਲ ਰਹੀ ਪਰਖ ਦਾ ਇੱਕ ਪ੍ਰਤੀਕ ਹੈ। ਜੇ ਇਸ ਜਾਣਕਾਰੀ ਨੇ ਤੁਹਾਡੇ ਦਿਮਾਗ 'ਚ ਕੁਝ ਨਵੇਂ ਸਵਾਲ ਪੈਦਾ ਕੀਤੇ ਨੇ, ਤਾਂ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਿਓ ਅਤੇ ਸਪਿਰਿਚੁਅਲ ਐਸੈਂਸ ਚੈਨਲ ਦੇ ਟਲ ਨੂੰ ਖੜਕਾਉਣਾ ਨਾ ਭੁੱਲਿਓ, ਤਾਂ ਜੋ ਅਗਲੀ ਜਾਣਕਾਰੀ ਸਿੱਧੀ ਤੁਹਾਡੇ ਤੱਕ ਪਹੁੰਚੇ। ਅਗਲੀ ਵਾਰ ਮਿਲਦੇ ਹਾਂ।